ਅੱਜ ਬੇਟੇ ਤੁਹਾਡਾ ਆਪਾਂ ਜਿਹੜਾ ਵਰਕ ਸਟੱਡੀ ਚੈਪਟਰ ਹੈ ਉਹਦਾ ਜਿਹੜਾ ਪੋਰਸ਼ਨ ਰਹਿ ਗਿਆ ਸੀ ਉਹ ਕਰਨ ਲੱਗੇ ਆ। ਇਸ ਦੇ ਵਿੱਚ ਹੁਣ ਆਪਣੇ ਕੋਲੇ ਹੈ ਅੱਗੇ ਡਾਇਗਰਾਮ ਕੀ ਹੈ? ਇਹ ਸਾਨੂੰ ਇੰਡੀਕੇਟ ਕਰਦੀ ਹੈ ਪਾਥ ਆਫ ਦਾ ਮੂਵਮੈਂਟ। ਕਿ ਦੇਖੋ ਇੱਥੇ ਆਪਣੇ ਕੋਲੇ ਆਪਾਂ ਬਣਾਇਆ ਸਟੋਰ ਦਾ ਸਿੰਬਲ ਹੈ। ਇੱਥੋਂ ਮਟੀਰੀਅਲ ਟਰਾਂਸਪੋਰਟੇਸ਼ਨ ਹੋਈ। ਆਪਾਂ ਟਰਾਂਸਪੋਰਟੇਸ਼ਨ ਦਾ ਸਿੰਬਲ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਮਟੀਰੀਅਲ ਸਟੋਰ ਚੋਂ ਮੂਵ ਹੋ ਕੇ ਇੱਥੇ ਵਰਕ ਸਟੇਸ਼ਨ ਤੇ ਗਿਆ। ਆ ਇੱਕ ਨੰਬਰ ਵਰਕ ਸਟੇਸ਼ਨ ਤੇ ਗਿਆ। ਇੱਥੇ ਆਪਾਂ ਉਹਦੇ ਉੱਤੇ ਕੀਤਾ ਆਪਰੇਸ਼ਨ। ਉਹਦੇ ਉੱਤੇ ਆਪਾਂ ਨੇ ਕੋਈ ਕੰਮ ਕੀਤਾ, ਜਿਹੜੀ ਆਪਾਂ ਜੌਬ ਭੇਜੀ ਸੀ ਉਹਦੇ ਉੱਤੇ ਆਪਰੇਸ਼ਨ ਕੀਤਾ। ਫਿਰ ਮਟੀਰੀਅਲ ਦੀ ਇੱਥੋਂ ਟਰਾਂਸਪੋਰਟੇਸ਼ਨ ਹੋਈ। ਮਟੀਰੀਅਲ ਟਰਾਂਸਪੋਰਟੇਸ਼ਨ ਹੋਈ, ਸੈਕੰਡ ਵਰਕ ਸਟੇਸ਼ਨ ਤੇ ਆਇਆ। ਸੈਕੰਡ ਵਰਕ ਸਟੇਸ਼ਨ ਦੇ ਉੱਤੇ ਆਪਾਂ ਫਿਰ ਆਪਰੇਸ਼ਨ ਕੀਤਾ। ਜਿਹੜਾ ਸਰਕਲ ਹੈ ਉਹ ਇੰਡੀਕੇਟ ਕਰਦਾ ਆਪਰੇਸ਼ਨ ਨੂੰ। ਇਸ ਤੋਂ ਬਾਅਦ ਮਟੀਰੀਅਲ ਦੀ ਸੈਕੰਡ ਵਰਕ ਸਟੇਸ਼ਨ ਤੋਂ ਬਾਅਦ ਫਿਰ ਮਟੀਰੀਅਲ ਦੀ ਟਰਾਂਸਪੋਰਟੇਸ਼ਨ ਹੋਈ। ਮਟੀਰੀਅਲ ਇਸ ਵਰਕ ਸਟੇਸ਼ਨ ਤੇ ਗਿਆ। ਇੱਥੇ ਜਾ ਕੇ ਆਪਾਂ ਉਹਦੀ ਕੀਤੀ ਮਟੀਰੀਅਲ ਦੀ ਇਨਸਪੈਕਸ਼ਨ। ਮਟੀਰੀਅਲ ਨੂੰ ਚੈੱਕ ਕੀਤਾ ਕਿ ਮਟੀਰੀਅਲ ਸਟੈਂਡਰਡਸ ਦੇ ਮੁਤਾਬਕ, ਜੋ ਆਪਾਂ ਆਪਣੇ ਸਟੈਂਡਰਡਸ ਰੱਖੇ ਹੋਏ ਨੇ, ਮਟੀਰੀਅਲ ਨੂੰ ਸਟੈਂਡਰਡਸ ਦੇ ਮੁਤਾਬਕ ਆਪਾਂ ਨੇ ਚੈੱਕ ਕੀਤਾ। ਇਸ ਤੋਂ ਬਾਅਦ ਮਟੀਰੀਅਲ ਦੀ ਫਿਰ ਟਰਾਂਸਪੋਰਟੇਸ਼ਨ ਹੋਈ। ਇੱਥੇ ਕੁਝ ਡਿਲੇ ਹੋਇਆ। ਆਪਣੇ ਕੋਲ ਸੈਮੀ ਸਰਕਲ ਹੈਗਾ ਡਿਲੇ ਦਾ। ਇੱਥੇ ਮਟੀਰੀਅਲ ਡਿਲੇ ਹੋਇਆ। ਇਸ ਤੋਂ ਬਾਅਦ ਮਟੀਰੀਅਲ ਨੂੰ ਆਪਾਂ ਨੇ ਤਿਆਰ ਕਰਕੇ ਸਟਾਕ ਰੂਮ ਦੇ ਵਿੱਚ ਭੇਜਤਾ, ਜਿੱਥੇ ਆਪਾਂ ਆਪਣੇ ਫਿਨਿਸ਼ਡ ਗੁੱਡਸ ਰੱਖਦੇ ਆ। ਇਹ ਡਾਇਗਰਾਮ ਸਾਨੂੰ ਇੰਡੀਕੇਟ ਕਰਦੀ ਹੈ ਕਿ ਮਟੀਰੀਅਲ ਸਟੋਰ ਤੋਂ ਪਹਿਲਾਂ ਕਿਹੜੇ ਵਰਕ ਸਟੇਸ਼ਨ ਤੇ ਗਿਆ, ਉਹਦੇ ਉੱਤੇ ਕਿਹੜਾ ਆਪਰੇਸ਼ਨ ਹੋਇਆ, ਸੈਕੰਡ, ਥਰਡ, ਤੇ ਕਿੰਨੀ ਵਾਰੀ ਡਿਲੇ ਹੋਇਆ, ਕਿੰਨੀ ਵਾਰੀ ਟਰਾਂਸਪੋਰਟੇਸ਼ਨ ਹੋਈ, ਤੇ ਕਿੰਨੇ ਆਪਰੇਸ਼ਨ ਤੇ ਕਿੰਨੀਆਂ ਇੰਸਪੈਕਸ਼ਨਸ ਹੋਈਆਂ। ਡਾਇਗਰਾਮ A chart does not show the pattern of movement of man, material and tools followed for doing a job. ਪਹਿਲਾਂ ਆਪਾਂ ਚਾਰਟਸ ਕੀਤੇ ਸੀਗੇ, ਉਹ ਆਪਾਂ ਨੂੰ ਇੰਡੀਕੇਟ ਨਹੀਂ ਸੀ ਕਰਦੇ। Does not show the pattern of movement of man, material and tools followed for doing a job. Diagrams indicate the path of the movement. ਸਾਨੂੰ ਡਾਇਗਰਾਮ ਮੂਵਮੈਂਟ ਦੱਸਦੀ ਹੈ ਕਿ ਮਟੀਰੀਅਲ ਇੱਥੋਂ ਇੱਥੇ ਗਿਆ, ਇੱਥੋਂ ਇੱਥੇ ਗਿਆ, ਇੱਥੇ ਗਿਆ, ਇੱਥੇ ਗਿਆ, ਇੱਥੋਂ ਮਟੀਰੀਅਲ ਬਾਹਰ ਚਲਾ ਗਿਆ। ਅੱਗੇ ਆਪਣੇ ਕੋਲੇ ਹੈਗੀ, ਇਹ ਹੈਗੀ ਆਪਣੇ ਕੋਲੇ ਫਲੋ ਡਾਇਗਰਾਮ। ਇਟ ਇਜ਼ ਡਰਾਨ ਔਨ ਅ ਸਕੇਲ ਡਰਾਇੰਗ। ਆਪਾਂ ਨੇ ਦੇਖੋ ਕੋਈ ਵੀ, ਜਦੋਂ ਵੀ ਆਪਾਂ ਕੋਈ ਵੀ ਮਾਡਲ ਤਿਆਰ ਕਰਦੇ ਹਾਂ, ਫਲੋ ਡਾਇਗਰਾਮ ਤਿਆਰ ਕਰਦੇ ਹਾਂ, ਇੱਕ ਸਕੇਲ ਦੇ ਉੱਤੇ, ਜਿਸ ਤਰ੍ਹਾਂ ਡਰਾਇੰਗ ਦੇ ਵਿੱਚ ਕਰਦੇ ਹੋ ਉਸ ਤਰ੍ਹਾਂ ਆਪਾਂ ਸਕੇਲ ਦੇ ਮੁਤਾਬਕ ਡਰਾ ਕੀਤਾ। ਆਫ ਦਾ ਵਰਕ ਏਰੀਆ ਇਟ ਸ਼ੋਜ਼ ਦਾ ਚਾਰਟ ਸਿੰਬਲਸ ਕਨੈਕਟਿੰਗ ਈਚ ਅਦਰ ਡਿਪਿਕਟਿੰਗ ਦਾ ਪਾਥ ਆਫ ਦਾ ਮੈਨ, ਮਟੀਰੀਅਲ ਐਂਡ ਮਸ਼ੀਨ। ਅੱਗੇ ਆ ਗਿਆ ਆਪਣੇ ਕੋਲ ਸਟ੍ਰਿੰਗ ਡਾਇਗਰਾਮ। ਸਟ੍ਰਿੰਗ ਡਾਇਗਰਾਮ ਦੇ ਨਾਲ ਆਪਾਂ ਕੀ ਕਰਦੇ ਹਾਂ, ਆਪਾਂ ਇੱਕ ਲੱਕੜ ਦੇ ਨਿੱਕੇ ਨਿੱਕੇ ਪੀਸ ਨੂੰ ਪੈਕਸ ਕਹਿੰਦੇ ਆ, ਉਹ ਲੈ ਕੇ ਇੱਕ ਸਟ੍ਰਿੰਗ ਲੈ ਲੈਂਦੇ ਆ। ਜਿਵੇਂ ਇੱਥੋਂ ਸਟੋਰ ਤੋਂ ਪਹਿਲਾਂ ਮਟੀਰੀਅਲ ਆਪਾਂ ਨੇ ਇੱਥੇ ਇੱਕ ਪੈਗ ਲਾਤਾ, ਇਸ ਤਰ੍ਹਾਂ ਨਿੱਕਾ ਲੱਕੜ ਦਾ ਇੱਕ ਟੁਕੜਾ ਲਾਤਾ। ਇੱਥੋਂ ਜੇ ਸਪੋਜ਼ ਮਟੀਰੀਅਲ ਮਸ਼ੀਨ ਨੰਬਰ 1 ਤੇ ਗਿਆ, ਇੱਥੇ ਫਿਰ ਆਪਾਂ ਲੱਕੜ ਦਾ ਪੈਗ ਲਾਤਾ। ਇੱਕ ਸਟ੍ਰਿੰਗ ਲੈ ਕੇ, ਧਾਗਾ ਲੈ ਕੇ, ਇਹਨੂੰ ਇਹਦੇ ਨਾਲ ਬੰਨਤਾ, ਇਹਨੂੰ ਇਹਦੇ ਨਾਲ ਬੰਨਤਾ, ਇਹਨੂੰ ਇਹਦੇ ਨਾਲ ਟਾਈ ਕਰਤਾ, ਇੱਥੇ ਟਾਈ ਕਰਤਾ, ਇਹ ਟਾਈ ਕਰਤਾ, ਟਾਈ ਕਰਤੇ ਤੇ ਸਟਾਕ ਰੂਮ ਵਿੱਚ ਚਲਾ ਗਿਆ। ਜਿਹੜੀ ਮਟੀਰੀਅਲ ਦੀ ਮੂਵਮੈਂਟ ਹੈ ਉਹ ਆਪਾਂ ਸਟ੍ਰਿੰਗ ਦੇ ਨਾਲ ਇੰਡੀਕੇਟ ਕਰਦੇ ਆ। ਸਟ੍ਰਿੰਗ ਡਾਇਗਰਾਮ ਇਟ ਇਜ਼ ਸਕੇਲਡ ਪਲਾਨ on which a thread is used to trace and measure the path of workers, material or equipment during a specified sequence of events. ਕਿ ਕਿਹੜੇ ਕਿਹੜੇ ਇਵੈਂਟਸ ਉਹਦੇ ਉੱਤੇ ਹੋ ਰਹੇ ਨੇ। ਇੱਥੋਂ ਦੇਖੋ ਆਪਾਂ ਪਹਿਲਾਂ ਨੇ ਇੱਕ ਲੱਕੜ ਦਾ ਸਟੋਰ ਦੇ ਵਿੱਚੋਂ ਮਟੀਰੀਅਲ ਗਿਆ, ਇੱਥੋਂ ਸਟ੍ਰਿੰਗ ਇੱਥੇ ਗਿਆ, ਧਾਗਾ ਬੰਨਤਾ ਆਪਾਂ ਨੇ, ਇੱਥੇ ਗਿਆ, ਇੱਥੇ 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 ਤੇ ਇੱਥੋਂ ਸਟਾਕ ਰੂਮ ਤੋਂ ਫਿਨਿਸ਼ਡ ਗੁੱਡਸ ਦੇ ਲਈ ਆਪਾਂ ਸਟੋਰ ਕਰਕੇ ਰੱਖ ਲਿਆ। ਅੱਗੇ ਆਪਣੇ ਕੋਲ ਆ ਗਿਆ ਸਾਈਕਲੋਗ੍ਰਾਫ। ਇਹ ਆਪਾਂ ਕਰਦੇ ਹਾਂ ਮਾਈਕਰੋ ਮੋਸ਼ਨ ਕੈਮਰਾਸ ਦੇ ਨਾਲ। ਫੋਟੋਗ੍ਰਾਫੀ ਰਿਕਾਰਡ ਆਫ ਦਾ ਪਾਥ ਆਫ ਦਾ ਮੂਵਮੈਂਟ ਟ੍ਰੇਸਡ ਬਾਈ ਅ ਸੋਰਸ ਆਫ ਲਾਈਟ ਅਟੈਚ ਟੂ ਦਾ ਵਰਕਰਸ ਰਿਸਟ। ਦੇਖੋ ਆਪਾਂ ਮਾਈਕਰੋ ਮੋਸ਼ਨ ਕੈਮਰਾਸ ਦੇ ਨਾਲ ਅੱਜ ਦੇ ਟਾਈਮ ਦੇ ਵਿੱਚ, ਜੋ ਤੁਸੀਂ ਇੰਡਸਟਰੀ ਦੇ ਵਿੱਚ ਕੰਮ ਕਰਦਾ, ਜਦੋਂ ਆਪਾਂ ਵਰਕ ਸਟੱਡੀ ਕਰ ਰਹੇ ਹਾਂ, ਵਰਕਰ ਦੀ ਰਿਸਟ ਦੇ ਉੱਤੇ ਇੱਕ ਲਾਈਟ ਦਾ ਸੋਰਸ ਅਟੈਚ ਕਰ ਦਿੰਦੇ ਨੇ। ਉਹਦੇ ਸਾਹਮਣੇ ਬਿਲਕੁਲ ਮਾਈਕਰੋ ਮੋਸ਼ਨ ਕੈਮਰਾ ਫਿੱਟ ਕਰ ਦਿੰਦੇ ਨੇ। ਜਦੋਂ ਉਹ ਕੰਮ ਕਰ ਰਿਹਾ, ਮਾਈਕਰੋ ਮੋਸ਼ਨ ਦੇ ਨਾਲ ਆਪਾਂ ਫਿਲਮ ਬਣਾ ਰਹੇ ਹਾਂ, ਤਾਂ ਜਦੋਂ ਕੋਈ ਵੀ ਉਹ ਚਾਹੇ ਆਪਰੇਸ਼ਨ ਕਰ ਰਿਹਾ, ਚਾਹੇ ਇਨਸਪੈਕਸ਼ਨ ਕਰ ਰਿਹਾ, ਚਾਹੇ ਉਹਦੇ ਵਿੱਚ ਕੋਈ ਡਿਲੇ ਹੋ ਰਹੀ ਹੈ, ਤਾਂ ਉਹ ਜਦੋਂ ਕੋਈ ਕੰਮ ਕਰ ਰਿਹਾ ਉਹ, ਤਾਂ ਉਹ ਜਿਹੜੀ ਲਾਈਟ ਹੈ ਉਹ ਸਾਨੂੰ ਸਿਗਨਲ ਦੇਗੀ ਜਗਣ ਦਾ। ਤੇ ਜਦੋਂ ਵਰਕਰ ਆਈਡੀਅਲ ਹੈ, ਵਰਕਰ ਕੋਈ ਵੀ ਕੰਮ ਨਹੀਂ ਕਰ ਰਿਹਾ, ਤਾਂ ਉਹ ਜਿਹੜੀ ਸਾਨੂੰ ਜਿਹੜੀ ਮਾਈਕਰੋ ਮੋਸ਼ਨ ਕੈਮਰਾ ਦੇ ਵਿੱਚ ਆਏਗਾ, ਉਹ ਲਾਈਟ ਨਹੀਂ ਜਗ ਰਹੀ। ਇਹ ਇੱਕ ਕਾਸਟਲੀ ਪ੍ਰੋਸੈਸ ਜ਼ਰੂਰ ਹੈ, ਪਰ ਇਹਦੇ ਨਾਲ ਐਗਜ਼ੈਕਟ ਐਨਾਲਿਸਿਸ ਹੋ ਜਾਂਦਾ ਹੈ ਕਿ ਵਰਕਰ ਨੇ ਕਿੰਨਾ ਚਿਰ ਕੰਮ ਕੀਤਾ ਤੇ ਕਿੰਨਾ ਚਿਰ, ਜਾਂ 8 ਘੰਟੇ ਦੀ ਸ਼ਿਫਟ ਹੈ, ਉਹਦੇ ਫਿਰ ਆਪਾਂ ਰੇਟਿੰਗ ਕੱਢਦੇ ਹਾਂ ਬਾਅਦ ਦੇ ਵਿੱਚ ਕਿ ਕਿੰਨਾ ਚਿਰ ਉਹਨੇ ਕੰਮ ਕੀਤਾ ਤੇ ਕਿੰਨਾ ਚਿਰ ਵਰਕਰ ਆਈਡੀਅਲ ਰਿਹਾ। ਆਪਣੇ ਕੋਲ ਆ ਗਿਆ ਸਾਈਕਲੋਗ੍ਰਾਫ। ਆਪਾਂ ਰਿਸਟ ਦੇ ਉੱਤੇ ਉਹਦੇ ਇੱਕ ਲਾਈਟ ਦਾ ਸੋਰਸ ਅਟੈਚ ਕਰ ਦਿੰਦੇ ਹਾਂ।
ਨੈਕਸਟ ਅੱਗੇ ਆਪਾਂ ਕਰਾਂਗੇ ਹੁਣ ਕ੍ਰੋਨੋਸਾਈਕਲ ਗ੍ਰਾਫ। ਕ੍ਰੋਨੋਸਾਈਕਲ ਗ੍ਰਾਫ ਦੇ ਵਿੱਚ ਕੀ ਹੈ ਕਿ ਜਿਹੜਾ ਆਪਾਂ ਨੇ ਲਾਈਟ ਸੋਰਸ ਕੀਤਾ, ਅਟੈਚ ਕੀਤਾ ਰਿਸਟ ਦੇ ਨਾਲ, ਉਹਨੂੰ ਮਾਈਕਰੋ ਮੋਸ਼ਨ ਕੈਮਰਾਸ ਦੇ ਨਾਲ ਜਦੋਂ ਆਪਾਂ ਫੋਟੋਗ੍ਰਾਫੀ ਕਰ ਰਹੇ ਹਾਂ ਤਾਂ ਆਪਾਂ ਨੇ ਕੰਪਲੀਟ ਐਨਾਲਿਸਿਸ ਕੀਤਾ ਕਿ ਕਿੰਨਾ ਚਿਰ ਜਗਿਆ ਤੇ ਕਿੰਨਾ ਚਿਰ ਬੁਝਿਆ। ਉਹਦੇ ਅਕੋਰਡਿੰਗਲੀ ਹੀ ਤੁਸੀਂ ਉਹਨੂੰ ਇੱਕ ਸ਼ਿਫਟ ਦੇ ਵਿੱਚ ਮੰਨਣਾ ਕਿ ਇੰਨੇ % ਉਹਨੇ ਕੰਮ ਕੀਤਾ ਤੇ ਇੰਨਾ % ਉਹਨੇ ਕੰਮ ਨਹੀਂ ਕੀਤਾ। The light source chronocycle graph. The light source is interrupted at regular intervals. This appears as a series of pear-shaped dots. The graph is called chronocycle graph. ਅੱਗੇ ਆਪਣੇ ਕੋਲ ਆ ਗਿਆ travel charts. Travel charts quicker and more manageable recording technique. It indicate movement of worker, material and equipment between any number of places over a given period of time. ਦੇਖੋ travel charts ਦੇ ਵਿੱਚ ਕੀ ਹੈ ਕਿ ਆਪਾਂ ਨੂੰ ਸਾਰੀ ਮੂਵਮੈਂਟ ਵਰਕਰ ਦੀ, ਮਟੀਰੀਅਲ ਦੀ ਤੇ ਇਕਵਿਪਮੈਂਟਸ ਦੀ ਸਾਰਾ ਹੀ ਆਪਾਂ ਨੂੰ ਟਰੈਵਲ ਚਾਰਟ ਦੇ ਵਿੱਚ ਜਦੋਂ ਆਪਾਂ ਉਹਦੀ ਫੋਟੋਗ੍ਰਾਫੀ ਕਰ ਰਹੇ ਹਾਂ ਮਾਈਕਰੋ ਮੋਸ਼ਨ ਕੈਮਰਾਸ ਦੇ ਨਾਲ ਸਾਰਾ ਕੁਝ ਆਏਗਾ ਉਹਦੇ ਵਿੱਚ। ਟਰੈਵਲ ਚਾਰਟ ਇਜ਼ ਅ ਟੈਬੂਲਰ ਰਿਕਾਰਡ ਆਫ ਪ੍ਰੈਜ਼ੈਂਟਿੰਗ ਕੁਆਂਟੀਟੇਟਿਵ ਡਾਟਾ। ਇੱਕ ਟੇਬਲ ਦੇ ਰਿਕਾਰਡ ਦੇ ਵਿੱਚ ਆਪਾਂ ਸਾਰਾ ਡਾਟਾ ਇੰਡੀਕੇਟ ਕਰਤਾ ਕਿ ਕਿੰਨਾ ਵਾਰੀ ਆਪਣੇ ਕੋਲ ਮਟੀਰੀਅਲ ਮੂਵ ਹੋਇਆ, ਕਿੰਨੀ ਵਾਰੀ ਆਪਣੇ ਕੋਲੇ ਆਪਰੇਸ਼ਨਸ ਹੋਇਆ ਤੇ ਕਿੰਨੀ ਵਾਰੀ ਆਪਣੇ ਕੋਲੇ ਇਕਵਿਪਮੈਂਟਸ ਮੂਵ ਹੋਇਆ। ਸਾਰੇ ਨੂੰ ਆਪਾਂ ਨੇ ਟੈਬੂਲਰ ਫਾਰਮ ਦੇ ਵਿੱਚ ਇੱਕ ਕੁਆਂਟੀਟੇਟਿਵ ਡਾਟਾ ਸੀ ਜਿਹੜਾ ਸਾਰਾ ਆਪਾਂ ਨੇ ਇੱਕ ਫੀਡ ਕਰਤਾ। ਅੱਗੇ ਆਪਣੇ ਕੋਲੇ ਆ ਗਏ ਮਾਡਲਸ। ਅੱਜ ਕੱਲ੍ਹ ਆਪਾਂ ਸਿੰਪਲ ਆਮ ਤੁਸੀਂ ਯੂਜ਼ ਕਰਦੇ ਦੇਖੋ ਆਪਾਂ ਕਾਰਡਬੋਰਡ ਦੇ, ਪਲਾਈਬੋਰਡ ਦੇ, ਪਲਾਸਟਿਕ ਦੀਆਂ ਸ਼ੀਟਾਂ ਲੈ ਕੇ ਆਪਾਂ ਕੋਈ ਮਾਡਲ ਤਿਆਰ ਕਰਦੇ ਹੋ। ਤੁਸੀਂ ਇੰਡਸਟਰੀ ਦੇ ਵਿੱਚ ਜਾਂਦੇ ਹੋ, ਇੰਡਸਟਰੀ ਦੇ ਬਾਹਰ ਆਪਣੇ ਰੇਅਰ ਵਰਕਸ਼ਾਪ ਦੇ ਵਿੱਚ ਜਾਓ, ਅੰਦਰ ਵੜਦੇ ਉੱਥੇ ਸਾਰੀ ਵਰਕਸ਼ਾਪ ਦਾ ਇੱਕ ਸਕੇਲ ਦੇ ਮੁਤਾਬਕ ਇੱਕ ਮਾਡਲ ਬਣਾ ਕੇ ਰੱਖਿਆ ਹੋਇਆ ਹੈ। ਮਾਡਲ ਕੀ ਆਪਣੇ ਦੇਖੋ ਪ੍ਰਿੰਸੀਪਲ ਆਫਿਸ ਦੇ ਵਿੱਚ ਪੋਲੀਟੈਕਨਿਕ ਦਾ ਵੀ ਸਾਰਾ ਇੱਕ ਉਹਨਾਂ ਨੇ ਸਿੰਪਲ ਚਾਰਟ ਦੇ ਉੱਤੇ ਇੱਕ ਲਾਈਨ ਡਾਇਗਰਾਮ ਬਣਾ ਕੇ ਇੱਕ ਮਾਡਲ ਬਣਾ ਕੇ ਰੱਖਿਆ ਹੋਇਆ ਹੈ। ਇਦਾਂ ਕਿ ਤੁਸੀਂ ਗੱਤੇ ਦੇ ਨਾਲ, ਪਲਾਸਟਿਕ ਸ਼ੀਟ ਦੇ ਨਾਲ ਜਾਂ ਪਲਾਈ ਵੁੱਡ ਦੇ ਨਾਲ 2 ਡਾਈਮੈਂਸ਼ਨਲ ਜਾਂ 3 ਡਾਈਮੈਂਸ਼ਨਲ ਆਪਾਂ ਮਾਡਲ ਤਿਆਰ ਕਰ ਸਕਦੇ ਹਾਂ। ਮਾਡਲ ਕੀ ਹੈ, ਉਹਦਾ ਇੱਕ ਜਿਹੜਾ ਆਪਣੇ ਕੋਲੇ ਮੇਨ ਚੀਜ਼ ਹੈ ਉਹਨੂੰ ਆਪਾਂ ਇੱਕ ਛੋਟੀ ਚੀਜ਼ ਬਣਾ ਕੇ ਉਹਨੂੰ ਐਗਜ਼ੈਕਟਲੀ ਕੀ ਵੱਡਾ ਹੋ ਕੇ ਉਹ ਕੀ ਬਣੇਗਾ ਉਹਨੂੰ ਆਪਾਂ ਨੇ ਇਹਨੂੰ ਪੇਸ਼ ਕਰਤਾ। ਮਾਡਲਸ ਆਰ ਯੂਜ਼ਡ ਟੂ ਪ੍ਰੋਵਾਈਡ ਵਿਜ਼ੂਅਲ ਰਿਪਰੈਜ਼ੈਂਟੇਸ਼ਨ ਪ੍ਰਪੋਜ਼ਡ ਲੇਆਊਟ ਬਿਫੋਰ ਪਲੇਸਿੰਗ ਦਾ ਐਕਚੁਅਲ ਅਰੇਂਜਮੈਂਟ ਆਫ ਦਾ ਵਰਕਪਲੇਸ। ਆਪਾਂ ਨੇ ਕੋਈ ਲੇਆਊਟ ਦੇਣੀ ਹੈ, ਇਹ ਨਹੀਂ ਕਿ ਆਪਾਂ ਐਕਚੁਅਲ ਬਣਾਉਣ ਤੋਂ ਪਹਿਲਾਂ ਉਹਦਾ ਮਾਡਲ ਬਣਾਵਾਂਗੇ। ਕੋਈ ਵੀ ਆਪਾਂ ਜਦੋਂ ਕਿਸੇ ਚੀਜ਼ ਨੂੰ ਆਪਾਂ ਨੇ ਨਵਾਂ ਬਣਾਉਣਾ ਹੁੰਦਾ ਪਹਿਲਾਂ ਉਹਦਾ ਮਾਡਲ ਬਣਾ ਕੇ ਉਹਦੀ ਟੈਸਟਿੰਗ ਕਰਦੇ ਆ, ਫਿਰ ਆਪਾਂ ਐਕਚੁਅਲ ਵੱਲ ਜਾਂਦੇ ਆ। 2 dimensional models. 2 dimensional models templates are used for various machines, equipments and benches. These are made from cardboard, plywood and plastic sheets. 3 dimensional model ਦੇ ਵਿੱਚ the 3 dimensional models or block models representing the real situation because of length, width and they show the height of the facility. ਆਪਾਂ ਨੂੰ ਲੈਂਥ ਵਿਡਥ ਦੇ ਨਾਲ ਹਾਈਟ ਆਪਾਂ 3 ਐਕਸਿਸ ਲੈਣੇ ਆ, ਐਕਸ ਐਕਸਿਸ, ਵਾਈ ਐਕਸਿਸ, ਜ਼ੈਡ ਐਕਸਿਸ। ਇਹਦੇ ਵਿੱਚ ਆਪਾਂ ਲੈਂਥ ਤੇ ਵਿਡਥ ਲੈਣੇ ਆ ਤੇ 3 ਡਾਈਮੈਂਸ਼ਨਲ ਮਾਡਲ ਦੇ ਵਿੱਚ ਆਪਾਂ ਹਾਈਟ ਵੀ ਲੈ ਲੈਣੇ ਆ। ਆਪਣੇ ਕੋਲੇ ਐਗਜ਼ੈਕਟ ਜਿਸ ਤਰ੍ਹਾਂ ਆਪਾਂ ਘਰ ਦਾ ਨਕਸ਼ਾ ਬਣਾਉਣੇ ਆ ਆਪਾਂ 2 ਡਾਈਮੈਂਸ਼ਨਲ ਮਾਡਲ ਬਣਾ ਕੇ ਦਿੰਦੇ ਨੇ ਤੇ 3 ਡਾਈਮੈਂਸ਼ਨਲ ਮਾਡਲ ਆਪਾਂ ਨੂੰ ਸਾਰੀਆਂ ਮੂਵਮੈਂਟਸ ਦੱਸ ਦਿੰਦੇ ਨੇ। ਉਹ ਪੂਰਾ ਕੰਪਲੀਟ ਐਗਜ਼ੈਕਟ ਬਣਨਾ ਕੀ ਹੈ ਉਹ ਸਾਰਾ ਕੁਝ ਪਹਿਲਾਂ ਹੀ ਤੁਹਾਡੇ ਅੱਗੇ ਪਿਆ ਹੁੰਦਾ। ਤੁਸੀਂ ਜੋ ਚੇਂਜਸ ਕਰ ਸਕਦੀਆਂ ਪਹਿਲਾਂ ਤੁਸੀਂ ਆਪਣੇ ਮਾਡਲ ਦੇ ਵਿੱਚ ਕਰੋ। 2 ਡਾਈਮੈਂਸ਼ਨਲ ਮਾਡਲ ਹੈ, 3 ਡਾਈਮੈਂਸ਼ਨਲ ਮਾਡਲ ਹੈ, ਉਹਦੇ ਅਕੋਰਡਿੰਗ ਤੁਸੀਂ ਫਰਦਰ ਅੱਗੇ ਡਿਸੀਜਨ ਲੈਣਾ ਹੈ। ਥੀਸ ਮਾਡਲਸ ਆਰ ਮੇਡ ਆਫ ਵੁੱਡ, ਪਲਾਸਟਿਕ ਸ਼ੀਟਸ। ਅੱਗੇ ਬੇਟੇ ਆਪਣੇ ਕੋਲੇ ਆ ਗਿਆ ਪ੍ਰਿੰਸੀਪਲਸ ਆਫ ਹਿਊਮਨ ਮੋਸ਼ਨ ਇਕਨੋਮੀ ਔਰ ਐਰਗੋਨੋਮਿਕਸ। ਇਹ ਬੜਾ ਇੰਪੋਰਟੈਂਟ ਹੈ ਬੇਟੇ, ਪੇਪਰ ਦੇ ਵਿੱਚ ਇਹ ਕੁਐਸਚਨ ਹਰ ਵਾਰੀ ਆ ਜਾਂਦਾ ਹੁੰਦਾ ਹੈ। ਰਾਈਟ ਨੋਟ ਔਨ ਹਿਊਮਨ ਮੋਸ਼ਨ ਇਕਨੋਮੀ ਔਰ ਐਰਗੋਨੋਮਿਕਸ। ਇਹ ਵੀ ਆਪਾਂ ਇੱਕ ਕੰਮ ਕਰਨ ਦੇ ਲਈ ਚ ਆਪਾਂ ਨੇ ਕੰਮ ਦੇ ਵਿੱਚ ਜਿਹੜੀਆਂ ਡਿਲੇਜ਼ ਆ ਰਹੀਆਂ ਨੇ ਇਹਦੇ ਵਿੱਚ ਮੈਂ ਤੁਹਾਨੂੰ ਸਿੰਪਲ ਐਗਜ਼ਾਮਪਲ ਦਿੱਤੀ ਹੈ ਕਿ ਇੱਕ ਵਰਕਰ ਕੰਮ ਕਰ ਰਿਹਾ ਹੈ, ਉਹਦੇ ਸਾਹਮਣੇ ਇੱਕ ਕੰਪਿਊਟਰ ਪਿਆ ਹੈ। ਦੇਖੋ ਕੰਪਿਊਟਰ ਦੀ ਹਾਈਟ ਡਿਜ਼ਾਈਨ ਕੀਤੀ ਹੋਈ ਹੈ। ਉਹਨੂੰ ਆਪਾਂ ਇੱਕ ਚੇਅਰ ਦਿੱਤੀ ਹੈ, ਚੇਅਰ ਨੂੰ ਆਪਾਂ ਇੱਥੇ ਉੱਪਰ ਨੀਚੇ ਕਰ ਸਕਦੇ ਹਾਂ। ਦੇਖੋ ਇੱਥੇ ਆਪਾਂ ਕੀ ਲਿਖਿਆ ਐਗਜ਼ੈਕਟ ਸੋਲਜਰ। ਦੇਖੋ ਲਗਾਤਾਰ ਜਦੋਂ ਆਪਾਂ ਕੰਪਿਊਟਰ ਤੇ ਕੰਮ ਕਰਦੇ ਹਾਂ ਇੱਥੇ ਆਪਣੇ ਜਿਹੜੇ ਮਸਲਸ ਨੇ ਉਹ ਵੀਕ ਹੋਣੇ ਸ਼ੁਰੂ, ਆਪਾਂ ਸਰਵਾਈਕਲ ਕਹਿੰਦੇ ਆ। ਤੇ ਜਿਹੜੀ ਸਪਾਈਨਲ ਕਾਰਡ ਆ ਤੁਹਾਡੀ ਬਿਲਕੁਲ ਸਟੇਟ ਹੋਣੀ ਚਾਹੀਦੀ ਹੈ। ਦੇਖੋ ਜੇ ਇਹਦੀਆਂ ਆਈਜ਼ ਨੇ ਜਿਹੜੀਆਂ ਸਾਰੀਆਂ ਬਿਲਕੁਲ ਇੱਥੇ ਕੀਬੋਰਡ ਦੇ ਉੱਪਰ ਹੋਣੀਆਂ ਚਾਹੀਦੀਆਂ ਨੇ। ਇਸ ਤਰ੍ਹਾਂ ਹੀ ਜਦੋਂ ਆਪਾਂ ਕਿਸੇ ਵਰਕ ਸਟੇਸ਼ਨ ਦੀ ਗੱਲ ਕਰਦੇ ਆ ਇੰਡਸਟਰੀ ਦੇ ਵਿੱਚ, ਵਰਕਰ ਨੇ ਜਦੋਂ ਕੰਮ ਕਰਨਾ ਹੈ ਪਹਿਲਾਂ ਦੇਖਣਾ ਹੈ ਕਿ ਵਰਕਰ ਦੀਆਂ ਦੋਨੋਂ ਹੱਥਾਂ ਦੀ ਮੂਵਮੈਂਟਸ ਹੋ ਰਹੀਆਂ ਨੇ। ਵਰਕ ਸਟੇਸ਼ਨ ਜਿੱਥੇ ਉਹਦੀ ਹਾਈਟ ਕਿੰਨੀ ਹੈ ਉਹਦੇ ਲਾਗੇ ਜਿਹੜੇ ਆਪਾਂ
ਰੈਕਸ ਰੱਖੇ ਨੇ ਉਹ ਕਿੰਨੀ ਦੂਰੀ ਤੇ ਰੱਖੇ ਨੇ। ਆਪਾਂ ਸਾਰਾ ਹਿਊਮਨ ਮੋਸ਼ਨ ਪਹਿਲਾਂ ਵੀ ਆਪਾਂ ਕਰ ਚੁੱਕੇ ਆ ਵਰਕ ਸਟੇਸ਼ਨ ਡਿਜ਼ਾਈਨ। ਉਹਦੇ ਵਿੱਚ ਕੀ ਹੈ, ਆਪਾਂ ਦੇਖਿਆ ਸੀ ਕਿ ਮਟੀਰੀਅਲ ਬਿਨ ਤੋਂ ਉਹਨੇ ਲੈਣਾ ਹੈ, ਫਿਰ ਉਹਨੇ ਮਸ਼ੀਨ ਦੇ ਵਿੱਚ ਫਿੱਟ ਕਰਨਾ ਹੈ। ਜੇ ਮਟੀਰੀਅਲ ਵਰਕਰ ਨੂੰ ਬਾਰ-ਬਾਰ ਝੁਕਣਾ ਪਏਗਾ ਤਾਂ ਉਹਦੀ ਪਿੱਛੋਂ ਗਰਦਨ ਤੋਂ ਤੇ ਸਪਾਈਨ ਤੋਂ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਏਗੀ, ਉਹਦੀ ਐਫੀਸ਼ੀਐਂਸੀ ਡ੍ਰੌਪ ਹੋਏਗੀ। ਇਹਦੇ ਵਿੱਚ ਹਿਊਮਨ ਮੋਸ਼ਨ ਇਕਨੋਮੀ ਦੇ ਵਿੱਚ ਆਪਾਂ ਸਾਰੀ ਬਾਡੀ ਦੀਆਂ ਮੂਵਮੈਂਟਸ ਕੰਸੀਡਰ ਕਰਕੇ ਫਿਰ ਆਪਾਂ ਜਿਵੇਂ ਟੋਟਲ ਜੇ ਆਪਣੀ ਕੋਲ ਸਪੋਜ਼ 40 ਵਰਕਰ ਨੇ ਸ਼ਾਪ ਦੇ ਵਿੱਚ, ਆਪਾਂ ਨੇ ਟੇਬਲ ਡਿਜ਼ਾਈਨ ਕਰਦਾ ਤਾਂ ਆਪਾਂ ਇੱਕ ਮੀਨ ਹਾਈਟ ਲਾਵਾਂਗੇ ਟੇਬਲ ਦੀ। ਫਿਰ ਆਪਾਂ ਅੱਗੇ ਚੇਅਰ ਰੱਖੀ ਹੈ, ਚੇਅਰ ਨੂੰ ਆਪਾਂ ਉੱਪਰ ਨੀਚੇ ਕਰ ਸਕਦੇ ਹਾਂ। ਇਸ ਤਰ੍ਹਾਂ ਤੁਸੀਂ ਦੇਖਿਆ ਕਿ ਕਾਰਾਂ ਦੇ ਵਿੱਚ ਜਦੋਂ ਆਪਾਂ ਕਾਰ ਡਰਾਈਵਰ ਜਿਹੜੀ ਹੈ, ਅੱਜ ਕੱਲ੍ਹ ਜਿਹੜੇ ਹੈਂਡਲਸ ਨੇ ਉਹ ਟਿਲਟ ਹੁੰਦੇ ਨੇ, ਉਹਦੀ ਹਾਈਟ ਆਪਾਂ ਉੱਪਰ ਥੱਲੇ ਕਰ ਸਕਦੇ ਹਾਂ। ਜਿਹੜੀ ਆਪਣੇ ਕੋਲ ਜਿਹੜੇ ਡਰਾਈਵਰ ਸੀਟ ਤੇ ਡਰਾਈਵਰ ਬਹਿ ਕੇ ਚਲਾ ਰਿਹਾ ਹੈ ਉਸ ਨੂੰ ਆਪਾਂ ਰਿਕਲਾਈਨਰ ਲੱਗਿਆ ਹੁੰਦਾ, ਉਹਨੂੰ ਆਪਾਂ ਐਂਗਲ ਦੇ ਸਕਦੇ ਹਾਂ। ਪਿੱਛੇ ਉਹਦੇ ਹੈਡਰੈਸਟ ਲੱਗਿਆ ਹੁੰਦਾ ਤਾਂ ਕਿ ਜਿੰਨਾ ਕੰਫਰਟੇਬਲੀ ਚਲਾਏਗਾ ਉਨਾ ਉਹ ਜ਼ਿਆਦਾ ਟਾਈਮ ਕੰਮ ਕਰ ਸਕੇਗਾ। The principle of motion economy can be applied to a manufacturing shop or office work to improve the efficiency and reduce fatigue in performing manual work. ਦੇਖੋ ਬੇਟੇ, ਜਿੰਨੀ ਫਟੀਗ ਆਪਾਂ ਥਕਾਵਟ ਘਟਾਵਾਂਗੇ, ਮੈਨੂਅਲ ਕੰਮ ਘਟਾਵਾਂਗੇ, ਉਨੀ ਸਾਡੀ ਐਫੀਸ਼ੀਐਂਸੀ ਇਨਕਰੀਜ਼ ਹੋਏਗੀ। The technique highlights the use of body members of the operator. ਬੋਡੀ ਦੇਖੋ, ਤੁਹਾਡੀਆਂ ਬਾਹਾਂ ਨੇ, ਲੱਤਾਂ ਨੇ, ਸ਼ੋਲਡਰਸ ਨੇ, ਤੁਹਾਡੀਆਂ ਆਈਜ਼ ਨੇ, ਤੁਹਾਡੀ ਨੈਕ ਹੈ, ਸਾਰੇ ਮੂਵਮੈਂਟਸ ਆਪਾਂ ਦੇਖਣੇ ਇਹਦੇ ਵਿੱਚ। It is used to study the imbalance effort on the part of the operator. Imbalance ਕੀ ਹੈ ਕਿ ਵਰਕਰ ਨੇ ਇੱਥੋਂ ਬਾਰ-ਬਾਰ ਝੁਕਣਾ ਤੇ ਥੱਲੇ ਪੈ ਰਿਹਾ। The purpose of motion analysis is to design an improved method. ਤੁਹਾਨੂੰ ਪਹਿਲਾਂ ਹੀ ਦੱਸਿਆ ਬੇਟੇ, ਵਰਕ ਸਟੱਡੀ ਦਾ ਪਰਪਸ ਇਹੀ ਹੈ, ਐਗਜ਼ਿਸਟਿੰਗ ਤੋਂ ਤੁਸੀਂ ਕੋਈ ਇੰਪਰੂਵਡ ਮੈਥਡ ਦੇਣਾ। ਉਹਦੇ ਵਿੱਚ ਤੁਸੀਂ ਦੱਸਣਾ ਕਿ ਅਸੀਂ ਲੇਬਰ ਕਿੰਨੀ ਸੇਵ ਕੀਤੀ ਤੇ ਮਟੀਰੀਅਲ ਕਿੰਨਾ ਸੇਵ ਕੀਤਾ। ਸੈਕੰਡ ਕੀ ਹੈ, ਤੁਸੀਂ એનર્ਜੀ ਤੇ ਹੋਰ ਕਿਹੜੇ ਸਟੈਪਸ ਨੂੰ, ਇਨਸਪੈਕਸ਼ਨ ਨੂੰ ਕਿੰਨੀ ਵਾਰੀ ਰਿਡਿਊਸ ਕੀਤਾ। ਤੁਸੀਂ ਜਿਹੜਾ ਐਗਜ਼ਿਸਟਿੰਗ ਮਾਡਲ ਹੈ ਉਹਦੇ ਵਿੱਚ ਪਹਿਲੇ ਮਾਡਲ ਨਾਲੋਂ ਕੀ ਚੇਂਜਸ ਲੈ ਕੇ ਆਏ ਹੋ। ਇਹ ਬੇਸਿਕਲੀ ਇੰਜੀਨੀਅਰ ਦੀ ਜੌਬ ਹੁੰਦੀ ਹੈ। ਟੂ ਪਰਫਾਰਮ ਦਾ ਮੋਸ਼ਨ ਸਟੱਡੀ ਦਾ ਆਪਰੇਟਰ ਇਜ਼ ਟੂ ਬੀ ਸਟੱਡੀ ਸਿਲੈਕਟਡ। ਜਿਹੜੇ ਆਪਾਂ ਆਪਰੇਸ਼ਨ ਨੂੰ ਸਟੱਡੀ ਕਰਨਾ, ਪਹਿਲਾਂ ਉਹ ਸਿਲੈਕਟ ਕਰ ਲਿਆ, ਫਿਰ ਇੱਕ ਕਾਰਡਬੋਰਡ ਲੈ ਕੇ, ਸਟਾਪ ਵਾਚ ਲੈ ਕੇ, ਜਿਹੜਾ ਇੰਡਸਟਰੀਅਲ ਇੰਜੀਨੀਅਰ ਹੈ ਉਹਦੇ ਵਰਕਸ਼ਾਪ ਦੇ ਵਿੱਚ ਚਲਾ ਜਾਂਦਾ, ਉੱਥੇ ਜਾ ਕੇ ਸਾਰੀ ਇਕਨੋਮੀ ਨੂੰ ਵਰਕ ਜਿਹੜੀ ਐਰਗੋਨੋਮਿਕਸ ਹੈ, ਹਿਊਮਨ ਮੋਸ਼ਨ ਇਕਨੋਮੀ ਨੂੰ ਸਟੱਡੀ ਕਰਦਾ। A list is made regarding various motions performed by the operator. The productive and ideal motions identified. ਜਦੋਂ ਕੰਮ ਕਰ ਰਿਹਾ, ਜਦੋਂ ਵਿਹਲਾ ਹੋਇਆ। The unnecessary and non-operation is redesigned by implying minimum number of motions in the most. It is the most appropriate sequence. ਤੁਸੀਂ ਇੱਕ ਐਪਰੋਪ੍ਰੀਏਟ ਸੀਕੁਐਂਸ ਬਣਾ ਕੇ ਦਿੱਤਾ ਤਾਂ ਕਿ ਉਹਦੀ ਐਫੀਸ਼ੀਐਂਸੀ ਜਿਹੜੀ ਆਪਰੇਸ਼ਨਸ ਦੀ ਇਨਕਰੀਜ਼ ਹੋ ਸਕੇ। ਇੰਡਸਟਰੀ ਦੇ ਵਿੱਚ ਐਫੀਸ਼ੀਐਂਸੀ ਨੂੰ ਆਪਾਂ ਨੇ ਕਿਸ ਤਰ੍ਹਾਂ ਇਨਕਰੀਜ਼ ਕਰਨਾ, ਇਹਦੇ ਲਈ ਆਪਾਂ ਨੂੰ ਹਿਊਮਨ ਮੋਸ਼ਨ ਇਕਨੋਮੀ ਸਾਰੇ ਆਪਰੇਸ਼ਨਸ ਦੀ ਐਰਗੋਨੋਮਿਕਸ ਦੇ ਮੁਤਾਬਕ ਡਿਜ਼ਾਈਨ ਕਰਨਾ ਪਏਗਾ। ਇਹ ਵੀ ਬੜਾ ਇੰਪੋਰਟੈਂਟ ਕੁਐਸਚਨ ਹੈ। ਸਟੈਂਡਰਡ ਟਾਈਮ ਪੇਪਰ ਦੇ ਚ ਆ ਜਾਂਦਾ, ਰਾਈਟ ਨੋਟ ਸਟੈਂਡਰਡ ਟਾਈਮ। ਦੇਖੋ ਸਟੈਂਡਰਡ ਟਾਈਮ ਆਪਣੇ ਕੋਲੇ ਕੀ ਹੈ, it is the total time in which the job should be completed at standard performance. ਹਰ ਇੱਕ ਕੰਪਨੀ ਨੇ ਇੱਕ ਜੌਬ ਨੂੰ ਕੰਮ ਕੰਪਲੀਟ ਕਰਨ ਦੇ ਲਈ ਇੱਕ ਸਟੈਂਡਰਡ ਟਾਈਮ ਨੂੰ ਫਿਕਸ ਕੀਤਾ ਹੁੰਦਾ ਹੈ। ਇਹਦੇ ਵਿੱਚ ਕੀ ਹੈ, ਦੇਖੋ ਹੁਣ ਇੱਥੇ 80 ਐਕਚੁਅਲ ਟਾਈਮ, ਆਪਾਂ ਇੱਥੇ ਲਿਖਿਆ ਐਕਚੁਅਲ ਟਾਈਮ ਔਰ ਅਬਜ਼ਰਵ ਟਾਈਮ। ਇਹ ਵੀ ਆਪਾਂ ਸਟਾਪ ਵਾਚ ਦੇ ਨਾਲ ਜਾ ਕੇ ਸਟੱਡੀ ਕਰਨੀ ਹੈ। ਐਕਚੁਅਲ ਟਾਈਮ ਕਿੰਨਾ ਲੱਗਾ। ਅੱਗੇ ਆਪਣੇ ਕੋਲ ਰੇਟਿੰਗ ਫੈਕਟਰ, PRF ਪਰਫਾਰਮੈਂਸ ਰੇਟਿੰਗ ਫੈਕਟਰ, ਆਪਾਂ ਨੂੰ ਦੱਸਿਆ ਸੀ ਕਿ ਕਿੰਨਾ ਰੇਟਿੰਗ ਦੇ ਉੱਤੇ ਮਸ਼ੀਨ ਨੇ ਕੰਮ ਕੀਤਾ। ਜੋ ਤੁਹਾਨੂੰ ਮੈਨ ਮਸ਼ੀਨ ਚਾਰਟ ਦੇ ਵਿੱਚ ਕਰਾਇਆ ਸੀ ਕਿੰਨਾ ਚਿਰ ਮਸ਼ੀਨ ਆਈਡੀਅਲ ਰਹੀ ਤੇ ਕਿੰਨਾ ਚਿਰ ਜਿਹੜਾ ਆਪਰੇਟਰ ਹੈ ਉਹ ਆਈਡੀਅਲ ਰਿਹਾ, ਤੇ ਕਿੰਨੀ ਐਫੀਸ਼ੀਐਂਸੀ ਵਰਕਰ ਦੀ ਆਈ ਤੇ ਕਿੰਨੀ ਐਫੀਸ਼ੀਐਂਸੀ ਮਸ਼ੀਨ ਦੀ ਆਈ, ਉਹਨੂੰ ਆਪਾਂ ਕਹਿੰਦੇ ਰੇਟਿੰਗ ਫੈਕਟਰ। ਫਿਰ ਨਾਰਮਲ ਟਾਈਮ, ਆਪਣੇ ਕੋਲੇ ਐਕਚੁਅਲ ਟਾਈਮ ਵਿੱਚ ਰੇਟਿੰਗ ਫੈਕਟਰ ਨੂੰ ਐਡ ਕੀਤਾ, ਆਪਣੇ ਕੋਲੇ ਆ ਗਿਆ ਨਾਰਮਲ ਟਾਈਮ। ਫਿਰ ਆਪਾਂ ਗਣ ਦਿੱਤਾ ਦੇ ਵਿੱਚ ਆਪਾਂ ਨੇ ਐਡ ਕੀਤਾ PA ਪਰਸਨਲ ਅਲਾਊਂਸ ਐਡ ਕਰਤਾ। ਜਿਹੜੀ ਇੰਡਸਟਰੀ ਦੀ, ਹਰ ਇੱਕ ਇੰਡਸਟਰੀ ਦੀ ਆਪਣੀ ਆਪਣੀ ਪਾਲਿਸੀ ਹੁੰਦੀ ਹੈ। ਕਈ ਇੰਡਸਟਰੀਆਂ ਕੀ ਕਰਦੀਆਂ ਨੇ ਕਿ ਜਿਵੇਂ 8 ਘੰਟੇ ਕੰਮ ਕਰਨਾ ਹੈ, 8 ਘੰਟੇ ਦੇ ਵਿੱਚ ਉਹਦਾ 5% ਕਰ ਲਿਆ ਟੋਟਲ ਦਾ, ਉਹਨਾਂ ਵਿੱਚ ਪਰਸਨਲ ਅਲਾਊਂਸ ਦੇ ਦਿੰਦੇ ਨੇ। ਕਿਸੇ ਬੱਚੇ ਨੇ ਵਰਕਰ ਉੱਥੇ ਕੰਮ ਕਰ ਰਿਹਾ, ਉਹਨੇ ਵਾਸ਼ਰੂਮ ਵੀ ਜਾਣਾ, ਕਦੇ ਥੋੜਾ ਜਿਹਾ ਰਿਲੈਕਸ ਵੀ ਹੋਣਾ, ਉਹ ਸਾਰੇ ਅਲਾਊਂਸਿਸ ਨੂੰ ਆਪਾਂ ਪਰਸਨਲ ਅਲਾਊਂਸ ਕਹਿੰਦੇ ਆ। ਅੱਗੇ ਆਪਣੇ ਕੋਲੇ ਆ ਗਿਆ ਫਟੀਗ ਅਲਾਊਂਸ, ਕਿ ਜੇ ਹੁਣ ਲਗਾਤਾਰ 6 ਵਜੇ ਸ਼ਿਫਟ ਸ਼ੁਰੂ ਹੁੰਦੀ ਹੈ ਤਾਂ 8 ਵਜੇ ਕੀ ਹੈ, ਥੋੜਾ ਜਿਹਾ ਲਾਈਟ ਜੀ ਟੀ ਦੇ ਨਾਲ ਥੋੜਾ ਜਿਹਾ ਖਾਣ ਲਈ ਆ ਜਾਂਦਾ, ਕਿਉਂਕਿ ਲੱਗਦਾ 2 ਘੰਟੇ ਆਪਾਂ ਖਿੱਚ ਕੇ ਕੰਮ ਜਦੋਂ ਕਰਦੇ ਆ ਸਾਨੂੰ ਥਕਾਵਟ ਮਹਿਸੂਸ ਹੁੰਦੀ ਹੈ। ਉਸ ਤੋਂ ਬਾਅਦ 10 ਮਿੰਟ ਸਾਨੂੰ ਬ੍ਰੇਕ ਦਿੱਤੀ, ਨਾਲ ਦੀ ਨਾਲ ਆਪਣੇ ਕੋਲੇ ਅੱਗੇ
ਫਿਰ ਆਪਾਂ ਐਡ ਕੀਤਾ ਡਿਲੇ ਅਲਾਊਂਸ। ਡਿਲੇ ਅਲਾਊਂਸ ਕੀ ਹੈ? ਕੋਈ ਆਪਾਂ ਕੰਮ ਕਰ ਰਹੇ ਸੀਗੇ, ਪਿੱਛੋਂ ਮਟੀਰੀਅਲ ਨਹੀਂ ਮਿਲਿਆ ਵਰਕਰ ਨੂੰ, ਪਾਵਰ ਫੇਲੀਅਰ ਹੋ ਗਿਆ, ਕਿ ਵਰਕਰ ਦੀ ਕੋਈ ਗਲਤੀ ਨਹੀਂ ਹੈਗੀ, ਕਿਸੇ ਰੀਜ਼ਨ ਕਰਕੇ ਦੂਜੀ ਸ਼ਾਪ ਤੋਂ ਮਟੀਰੀਅਲ ਨਹੀਂ ਆਇਆ, ਡਿਲੇ ਅਲਾਊਂਸ ਕਹਿੰਦੇ ਆ। ਫਿਰ ਅੱਗੇ ਆਪਣੇ ਕੋਲ ਲਾਸਟ ਆ ਗਿਆ ਪਰਸਨਲ ਅਲਾਊਂਸ। ਇਹ ਸਾਰੇ ਜਿਹੜੇ ਰਲਾ ਕੇ ਆਪਾਂ ਨੇ ਇਹਨੂੰ ਕੀਤਾ ਕਿ ਸਟੈਂਡਰਡ ਟਾਈਮ ਹੈ। ਸਟਾਪ ਵਾਚ ਇਜ਼ ਯੂਜ਼ਡ ਐਜ਼ ਅ ਟੂਲ ਫॉर ਟਾਈਮ ਸਟੱਡੀ ਔਰ ਵਰਕ ਮੈਜ਼ਰਮੈਂਟ। ਐਸਾ ਕਿ ਸਟਾਪ ਵਾਚ ਲੈ ਕੇ ਆਪਾਂ ਕਾਰਡਬੋਰਡ ਲੈ ਕੇ ਉਹਦੇ ਉੱਤੇ ਇੱਕ ਸ਼ੀਟ ਲਾ ਕੇ ਆਪਾਂ ਆਪਣੀ ਪੈਨਸਲ ਦੇ ਨਾਲ ਜਦੋਂ ਵਰਕਰ ਕੰਮ ਕਰ ਰਿਹਾ ਸਟਾਪ ਵਾਚ ਨੂੰ ਔਨ ਕਰ ਦਿੰਦੇ ਆ, ਜਦੋਂ ਕੰਮ ਬੰਦ ਕਰ ਦਿੰਦਾ ਸਟਾਪ ਵਾਚ ਨੂੰ ਆਫ ਕਰ ਦਿੰਦੇ ਆ। ਸਭ ਤੋਂ ਪਹਿਲਾਂ ਆਪਾਂ ਸਾਰੇ ਜਿੰਨੇ ਵੀ ਆਪਰੇਸ਼ਨ ਇੰਡਸਟਰੀ ਦੇ ਵਿੱਚ ਹੋ ਰਹੇ ਨੇ ਉਹਨਾਂ ਦਾ ਸਟੈਂਡਰਡ ਟਾਈਮ ਕੈਲਕੂਲੇਟ ਕਰਦੇ ਆ। ਸਟੈਂਡਰਡ ਟਾਈਮ ਰਿਕੁਆਇਰਡ ਟੂ ਡੂ ਅ ਜੌਬ ਐਟ ਸਟੈਂਡਰਡ ਪਰਫਾਰਮੈਂਸ ਕੈਨ be found out from actual time by applying different performance rating and allowances. Observed time or actual time, it is the actual time taken in completing the job activity. Normal time or basic time is equal to observed time into performance rating factor upon 100. Allowance, standard time of a job is obtained by various allowances to the named time of the job. Personal allowance, drinking water है, पानी पीन जाना है, ਜਿਹਨੂੰ ਘੰਟੇ ਬਾਅਦ ਪਿਆਸ ਲੱਗੀ ਹੈ। ਟੇਕਿੰਗ ਟੀ, ਇਹ ਬੰਦੇ ਚਾਹ ਦੇ ਸ਼ੌਕੀਨ ਹੁੰਦੇ ਨੇ ਜੇ ਵਰਕਰ ਕੰਮ ਕਰਦੇ ਨੇ। ਗੋਇੰਗ ਟੂ ਵਾਸ਼ਰੂਮ, ਇਟ ਮੇ 5% ਪਰ ਸ਼ਿਫਟ। ਫਟੀਗ ਅਲਾਊਂਸ, ਇਟ ਮੇ 4% ਵਰਕਿੰਗ ਅਕੋਰਡਿੰਗ ਟੂ ਦ ਵਰਕਿੰਗ ਕੰਡੀਸ਼ਨਸ। ਡਿਲੇ ਅਲਾਊਂਸ, no work, power failure, faulty material, faulty tools or machines। ਉਹਦੇ ਕਿਸੇ ਕਾਰਨ ਕਰਕੇ ਡਿਲੇ ਹੋਇਆ, ਉਹ 'ਚ ਵਰਕਰ ਦੀ ਕੋਈ ਗਲਤੀ ਨਹੀਂ। ਆਪਾਂ ਅੱਗੇ ਲਿਖਾਂਗੇ ਜਦੋਂ ਆਪਾਂ ਵਰਕਸ਼ੀਟ ਭਰਦੇ ਆ, ਜਦੋਂ ਇੱਕ ਸ਼ਿਫਟ ਖਤਮ ਹੁੰਦੀ ਹੈ, ਜਿਹੜਾ ਸ਼ਾਪ ਫਲੋਰ ਦੇ ਉੱਤੇ ਪ੍ਰੋਡਕਸ਼ਨ ਇੰਜੀਨੀਅਰ ਹੈ ਉਹ ਇੱਕ ਵਰਕਸ਼ੀਟ ਭਰਦਾ ਹੈ। ਵਰਕਸ਼ੀਟ ਭਰ ਕੇ ਉਹਦੇ ਉੱਤੇ ਲਿਖਦਾ ਕਿ ਡਿਲੇ ਹੋਇਆ, ਡਿਲੇ ਦੇ ਕਾਰਨ ਕੀ ਸੀਗੇ, ਸਾਰੇ ਨੂੰ ਉੱਤੇ ਦੇਣੇ ਪੈਣਗੇ। ਇਸ ਤੋਂ ਲਾਸਟ ਵਾਲੇ ਪੇਪਰ ਆ ਗਿਆ ਇਹ ਟੌਪਿਕ, ਇਸ ਦਾ 3rd ਚੈਪਟਰ ਦਾ ਸਿਮੋ ਚਾਰਟ। ਬਟ ਇਹ ਵੀ ਇੰਪੋਰਟੈਂਟ ਪੇਪਰ ਦੇ ਚ ਆਉਂਦਾ ਹੁੰਦਾ ਹੈ ਕਿ ਰਾਈਟ ਨੋਟ ਔਨ ਸਿਮੋ ਚਾਰਟ। ਸਿਮੋ ਚਾਰਟ ਦੇ ਵਿੱਚ ਆਪਾਂ ਨੇ ਇੱਕ ਕਾਸਟਲੀ ਪ੍ਰੋਸੈਸ ਹੈ ਵਰਕ ਸਟੱਡੀ ਦਾ, ਪਰ ਇਹਦੇ ਵਿੱਚ ਆਪਾਂ 1/2000 ਆਫ ਦਾ ਮਿੰਟ ਇੰਨੀ ਬਰੀਕੀ ਦੇ ਨਾਲ, ਮਾਨਿਊਟਲੀ ਦੇ ਨਾਲ ਸਟੱਡੀ ਕਰਨੀ ਆ। ਇਹਦੇ ਵਿੱਚ ਆਪਾਂ ਡਿਫਰੈਂਟ ਸਿੰਬਲਸ ਯੂਜ਼ ਕਰ, ਸਰਚ ਦਾ SH ਹੈ ਸਿੰਬਲ ਹੈ ਸਰਚ ਦਾ, ਫਾਈਂਡ ਦਾ ਸਿੰਬਲ ਹੈ, ਸਿਲੈਕਟ ਦਾ, ਕ੍ਰੈਸ਼ ਦਾ, ਯੂਜ਼ ਦਾ, ਹੋਲਡ ਦਾ, ਪੋਜੀਸ਼ਨਸ ਦਾ, ਟਰਾਂਸਪੋਰਟ ਦਾ, ਲੋਡਡ ਹੈ, ਰਿਲੀਜ਼ ਲੋਡਡ ਹੈ। ਇਹ ਆਪਣੇ ਕੋਲੇ ਸਾਰੇ ਆਪਾਂ ਨੇ ਸਿੰਬਲ ਯੂਜ਼ ਕਰਨੇ ਨੇ। ਜਿਸ ਤਰ੍ਹਾਂ ਪਹਿਲਾਂ ਆਪਾਂ ਯੂਜ਼ ਕੀਤੇ ਸੀਗੇ, ਆਪਰੇਸ਼ਨ ਦਾ ਯੂਜ਼ ਕੀਤਾ ਸੀ, ਇੰਸਪੈਕਸ਼ਨ ਦਾ ਯੂਜ਼ ਕੀਤਾ ਸੀ। ਇਹਦੇ ਵਿੱਚ ਸਿਮੋ ਚਾਰਟ ਦੇ ਵਿੱਚ ਜਦੋਂ ਆਪਾਂ ਨੇ ਕੋਈ ਮਾਈਕਰੋ ਮੋਸ਼ਨ, a process chart uses microscopic symbols like operation, inspection, transportation. A simultaneous motion chart uses thermalings which are microscopic in nature. A single operation presented in a Simo chart may consist of many thermalings. It is very useful chart. Simo chart is a detailed left or right hand chart. ਇਹਦੇ ਚ ਦੇਖੋ ਰਾਈਟ ਹੈਂਡ ਨੇ ਤੇ ਲੈਫਟ ਹੈਂਡ, ਕੰਪਲੀਟ ਚਾਰਟ ਆਪਾਂ ਜਿਹਨੂੰ ਕਹਿੰਦੇ ਆ। The time scale is represented on 1/2000 of the minute. 1 ਮਿੰਟ ਦਾ 1/2000ਵਾਂ ਹਿੱਸਾ, ਇੰਨੀ ਮਾਨਿਊਟਲੀ ਆਪਾਂ ਨੇ ਸਟੱਡੀ ਕਰਨੀ ਆ। It permits very accurate and detailed analysis, but the technique is limited because of the high cost of filming on analysis. ਕੋਈ ਜਿਹੜੇ ਡਿਵੈਲਪਡ ਆਪਰੇਸ਼ਨਸ ਕਹਿੰਦੇ ਆ, ਵੱਡੇ ਜਿਹੜੇ ਮਲਟੀਨੈਸ਼ਨਲ ਕੰਪਨੀਜ਼ ਨੇ, ਵੱਡੇ ਕਾਰਖਾਨੇ ਨੇ, ਉਹਨਾਂ ਵਿੱਚ ਆਪਾਂ ਇਸ ਤਰੀਕੇ ਦੇ ਨਾਲ ਸਾਰੀ ਸਟੱਡੀ ਕਰਦੇ ਆ। ਹੁਣ ਬੇਟੇ ਇਹ ਜਿਹੜਾ 3rd ਚੈਪਟਰ ਹੈ, ਇਹ ਤੁਹਾਡੇ ਸਾਰੇ ਬੱਚਿਆਂ ਨੇ ਇਹਨੂੰ ਕੰਪਲੀਟ ਚੰਗੀ ਤਰ੍ਹਾਂ ਤੁਸੀਂ ਇਹਨੂੰ ਕਰਨਾ ਹੈ। ਇਹਦੇ ਵਿੱਚੋਂ ਮਿਨੀਮਮ ਤੁਹਾਨੂੰ 15 ਨੰਬਰ ਦੇ ਕੁਐਸਚਨ ਆਉਣਗੇ। ਸੈਕੰਡ ਕੀ ਹੈ, ਜਦੋਂ ਤੁਸੀਂ ਇੰਡਸਟਰੀ ਦੇ ਵਿੱਚ ਇੰਟਰਵਿਊ ਦੇਣ ਜਾਣਾ ਤਾਂ ਤੁਹਾਨੂੰ ਇਸ ਚੈਪਟਰ ਦੇ ਵਿੱਚੋਂ, ਵਰਕ ਸਟੱਡੀ ਦੇ ਵਿੱਚੋਂ ਬੜਾ ਇੰਪੋਰਟੈਂਟ ਹੈ, ਬੜੇ ਕੁਐਸਚਨ ਪੁੱਛੇ ਜਾਣਗੇ। ਹਰ ਇੱਕ ਬੱਚੇ ਨੇ ਇਸ 3rd ਚੈਪਟਰ ਨੂੰ ਬਹੁਤ ਚੰਗੀ ਤਰ੍ਹਾਂ ਕਰਨਾ ਹੈ ਬੇਟੇ। ਥੈਂਕ ਯੂ।